सेहत साडे लिए बहुत जरूरी है, पर आजकल एक चीज़ है जो साडी सेहत लिए बहुत ज़्यादा नुकसानदायक साबित हो रही है। की है वो चीज़? ਅਸੀਂ ਗੱਲ ਕਰ ਰਹੇ ਹਾਂ ਮੋਟਾਪੇ ਦੀ। ਅੱਜਕੱਲ ਹਰ ਦੇਸ਼ ਲਗਭਗ ਮੋਟਾਪੇ ਦੀ ਬਿਮਾਰੀ ਨਾਲ ਬਹੁਤ ਜ਼ਿਆਦਾ ਗ੍ਰਸਤ ਹੈ, ਖਾਸ ਕਰਕੇ ਪੰਜਾਬ ਦੇ ਵਿੱਚ 35% ਤੱਕ ਮੋਟਾਪਾ ਜਿਹੜਾ ਹੈ ਵੱਧ ਚੁੱਕਿਆ ਹੈ। ਪੰਜਾਬੀ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ, ਪਰ ਕਈ ਵਾਰੀ ਆਪਣੀ ਡਾਈਟ ਦਾ ਧਿਆਨ ਰੱਖਣ ਦੇ ਬਾਵਜੂਦ, ਜਿਮ ਜਾਣ ਦੇ ਬਾਵਜੂਦ ਮੋਟਾਪੇ ਤੇ ਕੰਟਰੋਲ ਨਹੀਂ ਹੋ ਪਾਉਂਦਾ। ਇਸ ਲਈ ਉਹਨਾਂ ਪੇਸ਼ੈਂਟਸ ਲਈ ਅੱਜ ਇੱਕ ਖੁਸ਼ਖਬਰੀ ਹੈ। ਅਸੀਂ ਇਸ ਲਈ ਅੱਜ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਕਿ ਜਿਹੜੇ ਸਾਡੇ ਵੀਵਰਸ ਦੇਖ ਰਹੇ ਨੇ ਤੇ ਮੋਟਾਪੇ ਤੋਂ ਪਰੇਸ਼ਾਨ ਨੇ, ਉਹਨਾਂ ਦਾ ਮੋਟਾਪਾ ਘੱਟ ਨਹੀਂ ਹੋ ਰਿਹਾ। ਤੁਸੀਂ ਸੁਣਿਆ ਹੋਣਾ ਹੈ ਕਿ ਇੱਕ ਸਰਜਰੀ ਜੋ ਅੱਜਕੱਲ ਚੱਲ ਰਹੀ ਹੈ, ਬੈਰੀਐਟ੍ਰਿਕ ਸਰਜਰੀ। ਕੀ ਹੈ ਇਹ ਸਰਜਰੀ ਤੇ ਕਿਵੇਂ ਇਸ ਤਰ੍ਹਾਂ ਹੀ ਅਸੀਂ ਮੋਟਾਪੇ ਤੇ ਕਾਬੂ ਪਾ ਸਕਦੇ ਹਾਂ, ਇਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ, ਕੰਸਲਟੈਂਟ ਬੈਰੀਐਟ੍ਰਿਕ ਐਂਡ ਐਡਵਾਂਸ ਲੈਪਰੋਸਕੋਪਿਕ ਸਰਜਨ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਲਾਈਵ ਚਰਚਾ ਵਿੱਚ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੋਟਾਪਾ ਬਹੁਤ ਲੋਕੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਨਹੀਂ ਕੰਟਰੋਲ ਹੋ ਪਾਉਂਦਾ। ਡਾਈਟ ਵੀ ਅੱਛੀ ਲੈਂਦੇ ਨੇ, ਜਿਮ ਵੀ ਜਾਂਦੇ ਨੇ, ਪਰ ਫਿਰ ਵੀ ਉਹਨਾਂ ਦਾ weight ਵੱਧਦਾ ਹੀ ਜਾ ਰਿਹਾ ਹੈ ਤੇ ਉਹਨਾਂ ਦੇ ਲਈ ਇਹ ਸਰਜਰੀ ਕਿਸ ਪ੍ਰਕਾਰ ਵਰਦਾਨ ਹੈ? ओके, सब तो पहले तो ये देखना पड़ेगा कि मोटापा कितना ज्यादा है। ਅਸੀਂ ਮੋਟਾਪੇ ਨੂੰ ਕਲਾਸੀਫਾਈ ਕਰਦੇ ਹਾਂ ਡਿਪੈਂਡਿੰਗ ਅਪਨ ਕਿ BMI ਕਿੰਨਾ। BMI ਮੀਨਸ ਬਾਡੀ ਮਾਸ ਇੰਡੈਕਸ। ਓਕੇ, ਇਹ ਤੁਸੀਂ ਵਿਊਅਰਸ ਬੜੇ ਆਰਾਮ ਨਾਲ ਇੱਕ ਐਪ ਡਾਊਨਲੋਡ ਕਰਕੇ ਆਪਣੇ ਮੋਬਾਈਲ ਤੇ ਜਸਟ ਐਪ ਸਟੋਰ ਤੇ ਜਾ ਕੇ BMI ਕੈਲਕੂਲੇਟਰ ਸਰਚ ਕਰੋ ਔਰ ਬਹੁਤ ਸਾਰੇ ਕੈਲਕੂਲੇਟਰਸ ਹੈ, ਉਹਨੂੰ ਡਾਊਨਲੋਡ ਕਰੋ। ਉਹਦੇ ਅੰਦਰ ਸਿਰਫ ਆਪਣਾ weight ਤੇ ਹਾਈਟ ਫੀਡ ਕਰਨਾ, ਉਹ BMI ਦੀ ਵੈਲਿਊ ਸਾਨੂੰ ਦੱਸ ਦੇਗਾ ਜੀ। ਏਸ਼ੀਅਨਸ ਲਈ और इंडियंस लिए जो कि एशियंस ने इन्हां च नॉर्मल BMI दी अपर लिमिट है 22.5 जी। अगर 22.5 तो ज़्यादा BMI आ रहा है, दैट मीन्स कि थोड़ा वेट ज़्यादा है। ओके, और अगर वो 27.5 तक है देन वी क्लासीफाई इट एज ओवरवेट कि थोड़ा वेट ज़्यादा है। और इनू स्टिल तुसी कंट्रोल कर सकते हो अपनी एक्सरसाइज नाल या डाइटिंग नाल विद द हेल्प ऑफ अ काउंसलर जो या किसी डाइट वेट मैनेजमेंट क्लिनिक नाल। 27.5 तो 32.5 तक ਅਸੀਂ ओबेसिटी ग्रेड 1 क्लासीफाई करते हैं जी, ਜਿਹਦੇ ਵਿੱਚ ਇਟ ਇਜ਼ ਨਾਓ ਆਫ ਕੰਸਰਨ ਕਿ ਹੁਣ ਇਹ ਮੋਟਾਪਾ ਹੋਰ ਵੀ ਜ਼ਿਆਦਾ ਹੈ, ਓਬੇਸਿਟੀ ਬਣ ਗਿਆ ਹੈ, ਤੁਹਾਡੀ ਹੈਲਥ ਨੂੰ ਨੁਕਸਾਨ ਕਰ ਸਕਦਾ ਹੈ। ਓਕੇ, ਔਰ ਇਹ ਹੁਣ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਇਹਨੂੰ ਕੰਟਰੋਲ ਕਰੋ। ਲੇਕਿਨ ਅਗਰ ਇਹ 32.5 ਤੋਂ ਵੀ ਜ਼ਿਆਦਾ ਤੁਹਾਡਾ BMI ਆਂਦਾ ਹੈ ਜੀ, ਫਿਰ ਇਹ ਇਟ ਇਜ਼ ਅ ਸਿਵੀਅਰ ਫਾਰਮ ਔਰ ਉਹਦੇ ਨਾਲ ਖਤਰੇ ਦੀ ਘੰਟੀ ਹੈ ਫਿਰ ਕਿ ਹਾਂ ਕਿ ਹੁਣ ਨਾਓ ਯੂ ਡੋਨਟ ਹੈਵ ਐਨ ਐਕਸਕਿਊਜ਼। ਤੁਹਾਨੂੰ ਕੋਈ ਹੁਣ ਐਕਸਕਿਊਜ਼ ਨਹੀਂ ਹੈ ਕਿ ਇਹਦਾ ਐਗਰੈਸਿਵਲੀ ਮੈਨੇਜਮੈਂਟ ਕਰੋ, ਇਹਦੇ ਬਾਰੇ ਕੁਝ ਕਰੋ। ਔਰ ਅਗਰ ਇਹਦੇ ਨਾਲ 32.5 ਦੇ ਨਾਲ ਤੁਹਾਨੂੰ ਹੋਰ ਕੋਈ ਬਿਮਾਰੀ ਹੈ ਜਿਹੜੀ ਮੋਟਾਪੇ ਨਾਲ ਜੁੜੀ ਹੋਈ ਹੈ, ਜਿਸ ਤਰ੍ਹਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਜੋੜ ਦੁਖਣੇ, ਇਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ, ਫਿਰ ਔਰ ਤੁਹਾਡਾ weight ਅਦਰਵਾਈਜ਼ ਨਹੀਂ ਘਟ ਰਿਹਾ, ਤੁਸੀਂ ਸਭ ਕੁਝ ਅਟੈਂਪਟ ਕਰ ਲਿਆ, weight loss ਨਹੀਂ ਹੋ ਰਿਹਾ, ਫਿਰ ਬੈਰੀਐਟ੍ਰਿਕ ਸਰਜਰੀ ਇੰਡੀਕੇਟਡ ਹੈ ਜੀ। ਇਹ ਸਾਡੀ ਰਿਸਰਚ ਦੇ ਵਿੱਚ ਤੇ ਪੜ੍ਹਾਈ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਇੱਕ ਕੱਟ ਆਫ ਹੈ ਜਿੱਥੇ ਆਪਾਂ ਬੈਰੀਐਟ੍ਰਿਕ ਸਰਜਰੀ ਸਟਾਰਟ ਕਰਦੇ ਹਾਂ। ਓਕੇ, और अगर सपोज ਤੁਹਾਨੂੰ ਕੋਈ ਵੀ ਹੋਰ ਬਿਮਾਰੀ ਨਹੀਂ ਹੈ, ਸਟਿਲ ਤੁਹਾਡਾ BMI 37.5 37.5 ਤੋਂ ਜ਼ਿਆਦਾ ਆ ਰਿਹਾ ਹੈ ਔਰ ਤੁਸੀਂ ਆਪਣਾ weight ਨਹੀਂ ਰਿਡਿਊਸ ਕਰ ਪਾ ਰਹੇ ਬਾਕੀ ਮੋਡੈਲਿਟੀਜ਼ ਨਾਲ, ਫਿਰ ਵੀ ਤੁਹਾਨੂੰ ਬੈਰੀਐਟ੍ਰਿਕ ਸਰਜਰੀ ਕਰਵਾਉਣੀ ਚਾਹੀਦੀ ਹੈ ਜੀ। ਬਿਲਕੁਲ, BMI ਅਸੀਂ ਕਿਵੇਂ ਨਾਪ ਸਕਦੇ ਹਾਂ ਕਿ ਕੋਈ ਇਹਦਾ ਕੋਈ ਇੰਡੈਕਸ ਨਾਪਣ ਦਾ ਕੋਈ ਵੇ ਹੋਵੇਗਾ ਕਿ ਕਿਵੇਂ ਇਹਨਾਂ ਨੂੰ ਨਾਪਿਆ ਜਾਂਦਾ ਹੈ? ਮੈਂ ਦੱਸ ਰਿਹਾ ਕਿ ਤੁਸੀਂ ਐਪ ਡਾਊਨਲੋਡ ਕਰੋ ਔਰ ਉਹਦੇ ਚ ਆਪਣੀ ਹਾਈਟ ਔਰ weight ਫੀਡ ਕਰੋ, ਉਹ ਤੁਹਾਨੂੰ BMI ਦੀ ਵੈਲਿਊ ਦੱਸ ਦੇਗਾ। ਕੀ ਔਰਤਾਂ ਤੇ ਮਰਦਾਂ ਦਾ ਅਲੱਗ-ਅਲੱਗ ਰੇਸ਼ੀਓ ਹੁੰਦਾ ਹੈ ਇਹਦੇ ਵਿੱਚ? ਇਹ ਸਟੈਂਡਰਡਾਈਜ਼ਡ ਹੈ, ਦੋਵਾਂ ਦਾ ਸੇਮ ਹੈ। ਦੋਵਾਂ ਦਾ ਸੇਮ ਹੈ। ਤੇ ਜਦੋਂ ਅਸੀਂ ਇਹ ਸਰਜਰੀ ਆਪਸ਼ਨ ਜਾਣਦੇ ਹਾਂ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਸਲਾਹ ਲੈਂਦੇ ਹਾਂ ਕਿ ਐਵੇਂ ਦੀ ਸਰਜਰੀ ਕਰਵਾਉਣ ਦੀ ਜ਼ਰੂਰਤ ਹੈ, ਤੇ ਪੇਸ਼ੈਂਟ ਨੂੰ ਸਭ ਤੋਂ ਪਹਿਲੀ ਚੀਜ਼ ਫਿਰ ਉਹਨਾਂ ਨੂੰ ਕੀ ਗਾਈਡ ਕੀਤੀ ਜਾਂਦੀ ਹੈ? ਇਹ ਸਾਰੀਆਂ ਉਹਨਾਂ ਦੀਆਂ ਮੈਜ਼ਰਮੈਂਟਸ ਲੈ ਕੇ ਹਾਈਟ, weight, ਉਸ ਤੋਂ ਇਲਾਵਾ ਹੋਰ ਮੈਜ਼ਰਮੈਂਟਸ ਵੀ ਹੈ ਜਿਹੜੇ ਸਾਰੇ ਲੈਂਦੇ ਹਾਂ। ਫਿਰ ਅਸੀਂ ਉਹਨਾਂ ਦੀ ਇਵੈਲੂਏਸ਼ਨ ਕਰਦੇ ਹਾਂ ਪੂਰੀ ਹਿਸਟਰੀ ਲੈ ਕੇ, ਕਦੋਂ ਤੋਂ weight ਜ਼ਿਆਦਾ ਹੈ, weight ਵਧਣ ਦਾ ਕਾਰਨ ਕੀ ਹੈ, ਫਿਰ थोड़ा खाना पीना किस तरह है, डाइट किस तरह है, और कोई बीमारी ऑलरेडी नोन है या नहीं है, बहुत लंबी सारी इवैल्यूएशन करके फिर कुछ टेस्ट किए जाते देखने ਲਈ कि मोटापे का कोई होर कारण तो नहीं है, जिस तरह थायराइड नाल मोटापा हो सकता है, और कुछ तरह के अंदर ट्यूमर ਜਾਂ ਜਿਹਨਾਂ weight ਵੱਧ ਸਕਦਾ ਹੈ, ਜਾਂ ਉਹਨਾਂ ਦੀ ਹਿਸਟਰੀ ਦੇ ਵਿੱਚ ਕੁਝ ਇਦਾਂ ਦੀਆਂ ਚੀਜ਼ਾਂ ਨਿਕਲ ਸਕਦੀਆਂ ਜਿਨ੍ਹਾਂ ਕਰਕੇ weight ਵੱਧ ਰਿਹਾ ਜੀ। ਅਗਰ ਕੋਈ ਹੋਰ ਕਾਰਨ ਨਿਕਲ ਆਉਂਦਾ ਹੈ ਫਿਰ ਅਸੀਂ ਉਹਨੂੰ ਪਹਿਲਾਂ ਟ੍ਰੀਟ ਕਰਦੇ ਹਾਂ, ਟ੍ਰੀਟੇਬਲ ਕਾਜ਼ ਹੈ, ਪਹਿਲਾਂ ਉਹਨੂੰ ਟ੍ਰੀਟ ਕਰਕੇ ਦੇਖੀਏ ਕਿ weight ਘਟਦਾ ਹੈ ਕਿ ਨਹੀਂ ਜੀ। ਅਗਰ ਉਹ ਸਭ ਠੀਕ ਆਉਂਦਾ ਹੈ ਜਾਂ ਸਪੋਜ਼ थायराइड ਘੱਟ ਹੈ ਲੇਕਿਨ ਫਿਰ ਵੀ weight ਬਹੁਤ ਜ਼ਿਆਦਾ ਹੈ, ਦੈਨ ਵੀ ਟੈਲ them ਕਿ ਹੁਣ ਤੁਸੀਂ ਸਾਰੇ ਟੈਸਟ ਕਰਵਾ ਕੇ
ਜਿਵੇਂ ਕਈਆਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਜਿਵੇਂ ਅੱਜਕੱਲ ਅਸੀਂ ਦੇਖਦੇ ਹਾਂ ਕਿ ਲਾਈਫਸਟਾਈਲ ਇਹੋ ਜਿਹਾ ਹੋ ਚੁੱਕਿਆ ਜਾਂ ਫਿਰ ਕਈ ਵਾਰੀ ਕੋਈ ਸਿਟਿੰਗਸ ਜੌਬ ਹੁੰਦੀਆਂ ਨੇ, ਨਹੀਂ ਟਾਈਮ ਮਿਲਦਾ, ਬੈਠੇ ਬੈਠੇ weight ਵੱਧ ਰਿਹਾ ਵਾ, ਉਸ ਤੋਂ ਬਾਅਦ weight ਕੰਟਰੋਲ ਨਹੀਂ ਹੋ ਰਿਹਾ, ਫਿਰ ਕੀ ਤੁਸੀਂ ਉਹਨਾਂ ਲੋਕਾਂ ਨੂੰ ਸਲਾਹ ਦਵੋਗੇ ਕਿ ਉਹਨਾਂ ਨੂੰ ਇਸ ਸਰਜਰੀ ਵੱਲ ਆਪਟ ਕਰਨਾ ਚਾਹੀਦਾ ਵਾ? ਕਿਉਂਕਿ ਜੌਬਸ ਤੋਂ ਕਈ ਵਾਰੀ ਟਾਈਮ ਨਹੀਂ ਮਿਲਦਾ ਹੈਗਾ ਕਿ ਆਪਣਾ ਇਲਾਜ ਕਰਵਾ ਪਾਉਣ ਜਾਂ ਜਿਮ ਵੱਲ ਧਿਆਨ ਦੇ ਪਾਉਣ, ਤੇ ਕਈ ਵਾਰੀ weight ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਵਾਪਸ ਆਪਣਾ weight ਨੂੰ ਰਿਡਿਊਸ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ। ਫਿਰ ਇਹ ਚੀਜ਼ਾਂ ਲਈ ਤੁਸੀਂ ਕੀ ਆਪਸ਼ਨ ਦੇਣਾ ਚਾਹੋਗੇ ਉਹਨਾਂ ਨੂੰ? ਦੇਖੋ, ਲਾਈਫ ਸਟਾਈਲ ਤਾਂ ਚੇਂਜ ਕਰਨੀ ਪਏਗੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲ ਟਾਈਮ ਨਹੀਂ ਹੈ, ਤੁਹਾਡੀ ਜੌਬ ਜ਼ਿਆਦਾ ਡਿਮਾਂਡਿੰਗ ਹੈ ਔਰ ਤੁਸੀਂ ਐਕਸਰਸਾਈਜ਼ ਬਿਲਕੁਲ ਨਾ ਕਰੋ। ਈਵਨ ਸਰਜਰੀ ਦੇ ਨਾਲ ਵੀ ਕੁਝ ਮਿਨੀਮਮ ਅਮਾਉਂਟ ਆਫ walking at least और एक्टिविटी रिकमेंडेड है। ओके, ये एज अ सर्जन मैं नहीं कहूँगा कि बस मेरे को सर्जरी करवाओ। लाइफस्टाइल चेंज इज फर्स्ट एंड इट हैज टू बी देयर इवन आफ्टर सर्जरी। बट अगर थोड़ा वेट इन्ना ज़्यादा हो गया है कि जो मैं ਤੁਹਾਨੂੰ ਲਿਮਿਟਸ ਦੱਸੀਆਂ ਹੈ ਕਿ BMI ਤੁਹਾਡਾ 37.5 ਨਾਲੋਂ ਜ਼ਿਆਦਾ ਹੈ ਜਾਂ 32.5 ਨਾਲੋਂ ਜ਼ਿਆਦਾ ਹੈ ਪਲੱਸ ਕੁਝ ਕੋਮੋਰਬਿਡਿਟੀਜ਼ ਹੈ, ਕੁਝ ਹੋਰ ਬਿਮਾਰੀਆਂ ਔਰ ਤੁਸੀਂ ਨਹੀਂ ਕੰਟਰੋਲ ਕਰ ਪਾ ਰਹੇ, ਦੈਨ ਸਰਜਰੀ ਇਜ਼ ਅ ਟੂਲ ਜੋ ਤੁਸੀਂ ਯੂਜ਼ ਕਰ ਸਕਦੇ ਹੋ ਅਲੋਂਗ ਵਿਦ ਸਮ ਅਮਾਉਂਟ ਆਫ ਲਾਈਫਸਟਾਈਲ ਚੇਂਜਸ। ਓਕੇ, ਤੇ ਇਹਦੀ ਕੋਈ ਏਜ ਲਿਮਿਟ ਵੀ ਹੈਗੀ ਹੈ ਕਿ ਕਿੰਨੀ ਏਜ ਤੋਂ ਪਰਸਨ ਮਤਲਬ ਸੋਚ ਸਕਦਾ ਹੈ ਸਰਜਰੀ ਕਰਵਾਉਣ ਦਾ, ਜਾਂ ਕੋਈ ਏਜ ਲਿਮਿਟ ਕਿ ਇੰਨੇ ਤੱਕ ਦਾ ਹੀ ਬੰਦਾ ਕਰਵਾ ਸਕਦਾ, ਇਸ ਤੋਂ ਬਾਅਦ ਏਜ ਤੋਂ ਬਾਅਦ ਕਿ ਨਹੀਂ ਕਰਵਾ ਸਕਦਾ? ਕੋਈ ਏਜ ਲਿਮਿਟ ਵੀ ਹੈ? ਆਰਬਿਟਰੀ ਜੋ ਪਹਿਲਾਂ ਦੀ ਏਜ ਲਿਮਿਟ ਸੀ ਕਿ ਦੈਟ ਵਾਸ 18 ਇਅਰਸ ਅਪ ਟੂ 65 ਇਅਰਸ। ਓਕੇ, ਬਟ ਹੁਣ ਜਿਸ ਤਰ੍ਹਾਂ ਇਹ ਫੀਲਡ ਹੋਰ ਐਡਵਾਂਸ ਹੋ ਰਹੀ ਹੈ, ਸੋ ਯੰਗਰ ਪੋਪੂਲੇਸ਼ਨ 'ਚ ਵੀ ਇਵਨ 12 ਸਾਲ ਤੋਂ ਬਾਅਦ ਵੀ ਕੁਝ ਸਿਲੈਕਟਡ ਪੇਸ਼ੈਂਟਸ ਜਿਨ੍ਹਾਂ ਨੂੰ ਵਾਕਈ ਮੋਟਾਪਾ ਬਹੁਤ ਨੁਕਸਾਨ ਕਰ ਰਿਹਾ, ਉਹਨਾਂ 'ਚ ਕਿਸੇ ਐਕਸੈਪਸ਼ਨਲੀ ਕਰ ਸਕਦੇ ਓਕੇ, ਬਟ ਆਫਟਰ 18 ਇਅਰਸ ਡੈਫੀਨਿਟਲੀ ਵੀ ਕੈਨ ਡੂ। ਔਰ ਅਪਰ ਲਿਮਿਟ 65 ਪਹਿਲਾਂ ਸੀ। ਹੁਣ ਅਗਰ ਪੇਸ਼ੈਂਟ ਫਿਟ ਹੈ, 70 ਵੀ ਹੈ ਔਰ ਅਦਰਵਾਈਜ਼ ਕੋਈ ਹੋਰ ਪ੍ਰੋਬਲਮ ਇੰਨੀ ਵੱਡੀ ਨਹੀਂ ਹੈ ਕਿ ਲਾਈਫ ਥ੍ਰੈਟਨਿੰਗ ਹੋਏ, ਉਹਨਾਂ 'ਚ ਅਸੀਂ ਕਰ ਸਕਦੇ ਹਾਂ। ਜੇ ਅਸੀਂ ਏਜਡ ਪਰਸਨ ਦੀ ਵੀ ਗੱਲ ਕਰਾਂਗੇ, ਜਿਹੜੇ ਮਤਲਬ ਯੂਥ ਨੇ, ਜਿਹੜੇ ਯੰਗਸਟਰਸ ਨੇ, ਬਹੁਤ ਜ਼ਿਆਦਾ ਉਹਨਾਂ ਦਾ weight ਵੱਧ ਚੁੱਕਿਆ ਵਾ, ਤੇ ਕਈ ਵਾਰੀ ਉਹ ਇਹ ਸੋਚਦੇ ਨੇ ਕਿ ਕਿਤੇ ਸਰਜਰੀ ਕਰਵਾਉਣ ਦੇ ਨਾਲ ਉਹਨਾਂ ਨੂੰ ਅੱਗੇ ਇਨ ਫਿਊਚਰ ਲਾਈਫ ਦੇ ਵਿੱਚ ਕੋਈ ਇਹਦੇ ਸਾਈਡ ਇਫੈਕਟਸ ਨਾ ਹੋ ਜਾਣ, ਜਿਵੇਂ ਕਿ ਉਹ ਵਾਪਸ ਆਪਣੇ ਉਹੀ ਰੂਟੀਨ ਫੋਲੋ ਕਰ ਸਕਦੇ ਆ, ਜਿਮ ਜਾ ਸਕਦੇ ਆ, ਆਪਣਾ ਸਵਿਮਿੰਗ ਵਗੈਰਾ ਕਰ ਸਕਦੇ ਆ, ਜਾਂ ਆਪਣੀ ਸਪੋਰਟਸ ਖੇਡ ਸਕਦੇ ਆ। ਕੀ ਉਹਨਾਂ ਦੇ ਵਿੱਚ ਇਹ ਮਿਥ ਜਿਹੜੀ ਹੈਗੀ ਆ ਕਿ ਪਤਾ ਨਹੀਂ ਉਹਨਾਂ ਦਾ ਲਾਈਫਸਟਾਈਲ ਕਿਵੇਂ ਹੋ ਜਾਏਗਾ ਸਰਜਰੀ ਤੋਂ ਬਾਅਦ, ਉਹਨੂੰ ਤੁਸੀਂ ਕਿਵੇਂ ਦੂਰ ਕਰੋਗੇ? ਐਕਚੁਅਲੀ ਮਿਥ ਹੀ ਹੈ, ਵਿੱਚ ਕੋਈ ਸੱਚਾਈ ਨਹੀਂ ਹੈ। ਇਵਨ ਜਿਹੜੇ ਯੰਗਰ ਪੋਪੂਲੇਸ਼ਨ ਹੈ ਔਰ ਜਿਨ੍ਹਾਂ ਦਾ weight ਇੰਨਾ ਜ਼ਿਆਦਾ ਹੈ ਕਿ ਉਹ ਬੈਰੀਐਟ੍ਰਿਕ ਸਰਜਰੀ ਦੀ ਰੇਂਜ ਫਾਲ ਕਰਦਾ ਹੈ, ਉਹਨਾਂ ਨੂੰ ਫਾਇਦਾ ਹੋਰ ਵੀ ਜ਼ਿਆਦਾ ਹੁੰਦਾ ਹੈ ਐਸ ਕੰਪੇਅਰ ਟੂ 올ਡ ਏਜ, ਬਿਕੋਜ਼ ਉਹਨਾਂ ਦੇ ਅੱਗੇ ਹਾਲੇ ਕਾਫੀ ਲੰਬੀ ਲਾਈਫ ਪਈ ਹੈ। ਸਪੋਜ਼ ਅਸੀਂ ਇੱਕ ਪੇਸ਼ੈਂਟ ਦੀ ਸਰਜਰੀ 20 ਸਾਲ ਤੇ ਕਰਦੇ ਹਾਂ ਤਾਂ ਅਗਰ ਉਹਦੀ ਐਕਸਪੈਕਟੈਂਸੀ ਆਫ ਲਾਈਫ ਇਜ਼ 80 ਇਅਰਸ, ਤਾਂ ਉਹਦੇ 60 ਸਾਲ ਜਿਹੜੇ ਹੈ ਉਹ ਨਾਰਮਲ weight ਨਾਲ ਨਿਕਲਣਗੇ ਜੀ, ਐਸ ਕੰਪੇਅਰ ਟੂ ਜਿਹੜਾ ਆਲਰੇਡੀ 60 ਇਅਰਸ ਹੈ ਜਿਹਦੀ ਅਸੀਂ ਸਰਜਰੀ ਕਰਦੇ ਹਾਂ, ਉਹ ਤਾਂ 20 ਸਾਲ ਹੀ ਨਾਰਮਲ weight ਨਾਲ ਨਿਕਲਣਗੇ। ਪ੍ਰੋਬੇਬਲੀ ਪਿਛਲੇ 40 ਸਾਲ ਉਹਨੇ ਓਵਰਵੇਟ ਨਾਲ ਆਪਣੇ ਕੱਟ ਲਏ, ਜਿਹਦੇ ਕਰਕੇ ਉਹਦੀ ਬਾਡੀ ਨੂੰ ਆਲਰੇਡੀ ਬਹੁਤ ਡੈਮੇਜ ਹੋ ਚੁੱਕਿਆ ਹੈ। ਸੋ ਯੰਗ ਪੇਸ਼ੈਂਟ ਜਿਹੜੇ ਹੈ ਦੇ ਆਰ ਵੈਰੀ ਗੁੱਡ ਕੈਂਡੀਡੇਟਸ, ਉਹਨਾਂ ਦੇ ਰਿਜ਼ਲਟ ਵੀ ਜ਼ਿਆਦਾ ਅੱਛੇ ਆਉਂਦੇ हैं। और जो ਤੁਸੀਂ ਕਹਿ ਰਹੇ ਹੋ ਮਿਥਸ ਕਿ ਉਹ ਬਾਅਦ ਚ ਐਕਸਰਸਾਈਜ਼ ਜਾਂ ਜਿਮ ਕਰ ਪਾਣਗੇ, ਉਹ ਰਾਦਰ ਬੈਟਰ ਕਰ ਪਾਣਗੇ, ਬਿਕੋਜ਼ ਓਵਰਵੇਟ ਦੇ ਨਾਲ ਉਹਨਾਂ ਨੂੰ ਡਿਸੇਬਿਲਿਟੀ ਹੋ ਜਾਂਦੀ ਕਿ ਉਹਨਾਂ ਅੱਛਾ ਮੂਵਮੈਂਟ ਨਹੀਂ ਕਰ ਪਾਉਂਦੇ, ਬ੍ਰੈਥਲੈਸਨੈਸ ਬੜੀ ਜਲਦੀ ਹੁੰਦੀ ਹੈ, ਜ਼ਿਆਦਾ ਤੇਜ਼ ਐਕਸਰਸਾਈਜ਼ ਨਹੀਂ ਕਰ ਪਾਉਂਦੇ। ਆਫਟਰ ਸਰਜਰੀ ਜਿਸ ਤਰ੍ਹਾਂ weight ਘਟੇਗਾ, ਇਹ ਸਾਰੀਆਂ ਐਕਟੀਵਿਟੀਜ਼ ਪਹਿਲਾਂ ਨਾਲੋਂ ਮਚ ਬੈਟਰ ਹੋ ਜਾਣਗੀਆਂ ਰਾਦਰ ਦੈਨ ਕਿ ਕੋਈ ਲਿਮਿਟੇਸ਼ਨ ਹੋਏ। ਤੇ ਉਸ ਤੋਂ ਬਾਅਦ ਜਿਹੜੇ ਏਜਡ ਪਰਸਨਸ ਨੇ, ਜਿਹੜੇ ਜਿਨ੍ਹਾਂ ਦੀ ਮਤਲਬ ਹੁਣ 50 ਪਲੱਸ ਹੋ ਚੁੱਕੇ ਨੇ ਜਾਂ ਪਹਿਲਾਂ ਕੋਈ ਸਰਜਰੀ ਹੋ ਚੁੱਕੀ ਹੈ, ਕੋਈ ਹਾਰਟ ਸਰਜਰੀ ਜਾਂ ਕੁਝ ਐਵੇਂ ਦੀ ਸਰਜਰੀ ਹੋ ਸਕਦੀ ਹੈ, ਕੀ ਉਹ ਵੀ ਇਹ ਸਰਜਰੀ ਕਰਵਾ ਸਕਦੇ ਨੇ? ਕਰਵਾ ਸਕਦੇ। ਅਸੀਂ ਸਰਜਰੀ ਤੋਂ ਪਹਿਲਾਂ ਪੂਰੀ ਬਾਡੀ ਦੀ ਇਵੈਲੂਏਸ਼ਨ ਕਰਦੇ ਹਾਂ, ਉਹਦੇ ਵਿੱਚ ਤੁਹਾਡਾ ਹਾਰਟ, ਕਿਡਨੀ, ਲੰਗਸ, ਲਿਵਰ, ਐਵਰੀਥਿੰਗ ਸਾਰੇ ਟੈਸਟ ਆਉਂਦੇ ਹਨ। ਔਰ ਅਗਰ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੈ, ਮਤਲਬ ਬਿਯੋਂਡ ਅ ਸਰਟਨ ਲਿਮਿਟ ਕਿ ਤੁਹਾਡਾ ਐਨੈਸਥੀਸੀਆ ਜਾਂ ਬੇਹੋਸ਼ੀ ਦਾ ਰਿਸਕ ਇੰਨਾ ਜ਼ਿਆਦਾ ਨਹੀਂ ਹੈ, ਦੈਨ ਵੀ ਕੈਨ ਡੂ ਇਟ। ਬਹੁਤ ਸਾਰੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਪਹਿਲਾਂ ਹਾਰਟ 'ਚ ਸਟੈਂਟ ਪਿਆ ਹੋਇਆ ਹੈ, ਇਵਨ ਬਾਈਪਾਸ ਦੇ ਬਾਅਦ ਵੀ, ਹੂ ਆਰ ਫਿਟ, ਉਹਨਾਂ ਦੀ ਸਰਜਰੀ ਕੀਤੀ ਜਾਂਦੀ। ਔਰ ਰਾਦਰ ਆਫਟਰ ਸਰਜਰੀ ਉਹਨਾਂ ਦੀ ਬਾਅਦ ਦੇ ਵਿੱਚ ਕੁਆਲਿਟੀ ਆਫ ਲਾਈਫ ਔਰ ਇਵਨ ਜਿਹੜੀ ਲਾਈਫ ਐਕਸਪੈਕਟੈਂਸੀ ਹੈ, ਕਿਉਂਕਿ ਸਟੈਂਟ ਪਾਉਣ ਦੇ ਬਾਅਦ ਅਗਰ ਉਹ ਮੋਟੇ ਰਹਿੰਦੇ ਹੈ, weight ਜ਼ਿਆਦਾ ਰਹਿੰਦਾ ਹੈ, ਤਾਂ ਦੁਬਾਰਾ ਪ੍ਰੋਬਲਮ ਹੋਣ ਦੀ ਚਾਂਸਸ ਜ਼ਿਆਦਾ ਹੈ, ਕਿਉਂਕਿ ਹਾਰਟ ਨੇ ਜਿਹੜਾ ਹਾਰਟ ਸਪੋਜ਼ 60 kg ਲਈ ਬਣਿਆ, ਅਗਰ ਉਹ 100 kg ਲਈ ਪੰਪ ਕਰ ਰਿਹਾ ਤਾਂ ਐਵਰੀ ਸੈਕਿੰਡ ਉਹ ਓਵਰ ਵਰਕ ਕਰ ਰਿਹਾ, ਸੋ ਉਹਦੇ ਫੇਲਿਅਰ ਹੋਣ ਦੇ ਚਾਂਸ ਜ਼ਿਆਦਾ ਹੈ। ਅਗਰ weight ਘਟ ਜਾਏਗਾ ਤਾਂ ਹਾਰਟ ਤੇ ਲੋਡ ਘਟੇਗਾ, ਬਾਕੀ ਆਰਗਨਸ ਤੇ ਲੋਡ ਘਟੇਗਾ, ਕਿਡਨੀ, ਲਿਵਰ, ਹਰ ਕੋਈ ਨਾਰਮਲ। ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਪਹਿਲਾਂ ਕਾਲਰ ਲੈ ਲਈ, ਫਿਰ ਅਸੀਂ ਆਪਣੀ ਚਰਚਾ ਜਾਰੀ ਰੱਖਾਂਗੇ। ਹੈਲੋ, ਕਿਵੇਂ ਦੀ ਸਰਜਰੀ ਹੁੰਦੀ ਹੈ, ਕਿੰਨੇ ਪ੍ਰਕਾਰ ਦੀ ਸਰਜਰੀ ਹੁੰਦੀ ਹੈ? ਕੀ ਇਹ ਸਿੰਪਲ ਸਰਜਰੀ ਹੁੰਦੀ ਹੈ ਜਿਵੇਂ ਅਸੀਂ ਆਪ ਕਹਿ ਰਹੇ ਹਾਂ ਕਿ ਨਾਰਮਲ ਸਰਜਰੀ ਹੈ, ਲੈਪਰੋਸਕੋਪਿਕ ਸਰਜਰੀ ਹੁੰਦੀ ਹੈ, ਕਿਸ ਟਾਈਪ ਦੀ ਸਰਜਰੀ ਹੁੰਦੀ ਹੈ? ਇਹ ਜਿੰਨੇ ਵੀ ਟਾਈਪ ਆਫ ਬੈਰੀਐਟ੍ਰਿਕ ਸਰਜਰੀ ਦੇ ਸਾਰੇ ਦੂਰਬੀਨ ਨਾਲ ਕੀਤੀਆਂ ਜਾਂਦੀਆਂ। ਕੋਈ ਵੀ ਅੱਜਕੱਲ ਓਪਨ ਸਰਜਰੀ ਨਹੀਂ ਹੁੰਦੀ, ਬਹੁਤ ਛੋਟੇ ਛੋਟੇ ਕੱਟਸ ਆਉਂਦੇ ਆ ਜਿਹੜੇ ਬੜੀ ਜਲਦੀ ਹੀਲ ਕਰ ਜਾਂਦੇ ਆ।
और कुछ टाइप्स ऑफ ਸਰਜਰੀਜ਼ हैं ਜਿਨ੍ਹਾਂ ਚੋਂ ਇੱਕ ਦਾ ਨਾਮ ਹੈ ਸਲੀਵ ਗੈਸਟ੍ਰੈਕਟਮੀ, ਜਿਹਦੇ ਚ ਅਸੀਂ ਸਿਰਫ ਖਾਣੇ ਦੀ ਕੈਪੈਸਿਟੀ ਘਟਾਉਂਦੇ ਹਾਂ। ਕੁਝ ਹਾਰਮੋਨਲ ਚੇਂਜਸ ਹੁੰਦੇ ਆ, ਉਹਦੇ ਨਾਲ weight ਘਟਦਾ ਹੈ ਜੀ। ਫਿਰ ਬਾਈਪਾਸ ਹੁੰਦੇ ਆ, ਕੁਝ ਤਰ੍ਹਾਂ ਦੇ ਬਾਈਪਾਸ ਆ, ਜਿਸ ਤਰ੍ਹਾਂ ਮਿਨੀ ਗੈਸਟ੍ਰਿਕ ਬਾਈਪਾਸ, ਰੂਗਨ ਗੈਸਟ੍ਰਿਕ ਬਾਈਪਾਸ, ਜਿਹਦੇ ਵਿੱਚ ਖਾਣੇ ਦੀ ਕੈਪੈਸਿਟੀ ਤੋਂ ਇਲਾਵਾ ਖਾਣੇ ਦੀ ਐਬਜ਼ੌਰਪਸ਼ਨ ਘਟਾਈ ਜਾਂਦੀ ਹੈ ਕਿ ਜਿੰਨੀ ਸਾਡੀ ਆਂਤ ਹੈ ਜਿਸ ਤੋਂ ਖਾਣਾ ਨਿਕਲ ਕੇ ਬਾਡੀ ਨੂੰ ਪਚਦਾ ਹੈ ਜੀ, ਉਹਦਾ ਕੁਝ ਹਿੱਸਾ ਅਸੀਂ ਬਾਈਪਾਸ ਕਰ ਦਿੰਦੇ ਹਾਂ ਤਾਂ ਕਿ ਖਾਣਾ ਜਿਹੜਾ ਉਹ 100% ਬਾਡੀ 'ਚ ਐਬਜ਼ੌਰਬ ਨਾ ਹੋਵੇ। ਅਲੱਗ-ਅਲੱਗ ਪੇਸ਼ੈਂਟਸ ਦੇ ਅਕੋਰਡਿੰਗ ਅਲੱਗ-ਅਲੱਗ ਸਰਜਰੀ ਉਹਨਾਂ ਨੂੰ ਰਿਕਮੈਂਡ ਕਰਦੇ ਹੋ ਤੁਸੀਂ, ਜਾਂ ਫਿਰ ਉਹਨਾਂ ਦੇ ਕੋਈ ਇੱਕ ਸਰਜਰੀ ਹੈ ਜਿਹੜੀ ਸਾਰਿਆਂ ਨੂੰ ਫੋਲੋ ਕੀਤੀ ਜਾਂਦੀ ਹੈ? ਨਹੀਂ, ਇਹ ਦੇਖੋ ਇੰਟਰਨੈਸ਼ਨਲੀ ਇਹ ਰਿਕਮੈਂਡਡ ਹੈ ਕਿ ਹਰ ਪੇਸ਼ੈਂਟ ਡਿਫਰੈਂਟ ਹੈ, ਹਰ ਪੇਸ਼ੈਂਟ ਦੀਆਂ ਕਿਸ ਤਰ੍ਹਾਂ ਦੀ ਰਿਕੁਆਇਰਮੈਂਟਸ ਹੈ, ਕਿੰਨਾ weight ਹੈ, ਹਾਈਟ ਹੈ, ਏਜ ਹੈ, ਪਲੱਸ ਕਿੰਨੀ ਉਹਨਾਂ ਨੂੰ ਐਸੋਸੀਏਟਡ ਬਿਮਾਰੀਆਂ ਜੀ, ਉਹ ਸਾਰਾ ਇਵੈਲੂਏਟ ਕਰਕੇ ਸਾਰੇ ਟੈਸਟ ਕਰਕੇ ਫਿਰ ਅਸੀਂ ਡਿਸਾਈਡ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਸਰਜਰੀ ਹੋਣੀ ਹੈ। ਸਾਰੇ ਆਪਸ਼ਨਸ ਪੇਸ਼ੈਂਟ ਨੂੰ ਦੱਸੇ ਜਾਂਦੇ ਆ ਜੀ, ਹਰ ਇੱਕ ਆਪਸ਼ਨ ਦੀ ਪ੍ਰੋਜ਼ ਐਂਡ ਕੌਨਸ ਡਿਸਕਸ ਕੀਤੇ ਜਾਂਦੇ ਹਨ। ਦੈਨ ਕਲੈਕਟਿਵਲੀ ਇੱਕ ਡਿਸੀਜਨ ਹੁੰਦਾ ਹੈ ਕਿ ਇਹ ਸਰਜਰੀ ਪ੍ਰੋਬਬਲੀ ਇਸ ਪੇਸ਼ੈਂਟ ਨੂੰ ਸਭ ਤੋਂ ਸੇਫ ਹੈ। ਪ੍ਰੋਪਰ ਪੇਸ਼ੈਂਟ ਦੀ ਤਸੱਲੀ ਕਰਵਾ ਕੇ ਫਿਰ ਉਹਨਾਂ ਨੂੰ ਕਰਿਆ ਜਾਂਦਾ ਹੈ। ਪੇਸ਼ੈਂਟ ਦਾ ਬਾਡੀ ਹੈ, ਪੇਸ਼ੈਂਟ ਹੈਜ਼ ਟੂ ਲਿਵ, ਉਹਨੇ ਉਸ ਤੋਂ ਬਾਅਦ ਆਪਣੀ ਬਾਡੀ ਨਾਲ ਸਾਰੀ ਲਾਈਫ ਗੁਜ਼ਾਰਨੀ ਹੈ। ਬਿਲਕੁਲ। ਸੋ ਜੋ ਵੀ ਹੈਗਾ ਉਹ 100% ਕਲੀਅਰ ਕਰਕੇ ਇੱਕ ਸਿਟਿੰਗ 'ਚ ਨਹੀਂ ਹੁੰਦਾ, ਕੁਝ ਸਿਟਿੰਗਸ ਕਰਕੇ ਪਹਿਲਾਂ ਬਿਫੋਰ ਟੈਸਟ, ਫਿਰ ਟੈਸਟ ਤੋਂ ਬਾਅਦ ਵਿਦ ਫੈਮਿਲੀ ਮੈਂਬਰਸ ਸਾਰਿਆਂ ਨੂੰ ਪੂਰਾ ਸਮਝਾ ਕੇ ਦੈਨ ਵੀ ਟੇਕ ਅ ਕਾਲ ਕਿ ਕਿਹੜੇ ਟਾਈਪ ਦੀ ਸਰਜਰੀ ਕਰਨੀ ਹੈ ਜੀ। ਬਿਲਕੁਲ। ਤੇ ਜਿਹੜੇ ਜਿਵੇਂ ਸਾਡੇ ਵੀਵਰਸ ਜਿਵੇਂ ਹੁਣ ਬਾਹਰ ਬੈਠੇ ਦੇਖ ਰਹੇ ਨੇ ਤੇ ਹੁਣੀ ਕਾਲਸ ਵੀ ਆਈਆਂ ਨੇ ਤੇ ਆ ਕੇ ਇੱਥੇ ਸਰਜਰੀ ਕਰਵਾਉਣਾ ਚਾਹੁੰਦੇ ਨੇ, ਕਿੰਨੇ ਟਾਈਮ ਦੀ ਛੁੱਟੀ ਲੈ ਕੇ ਆਉਣ, ਕੀ ਡਿਊਰੇਸ਼ਨ ਹੁੰਦੀ ਹੈ ਪੂਰੀ ਸਰਜਰੀ ਦਾ, ਕੀ ਪ੍ਰੋਸੈਸ? ਸਾਡੇ ਕੋਲ ਕਾਫੀ ਪੇਸ਼ੈਂਟਸ ਅਬਰੋਡ ਤੋਂ ਆਉਂਦੇ ਨੇ। ਨਾਰਮਲੀ 2 ਹਫ਼ਤੇ ਜਿਹੜੇ ਆ ਉਹਨਾਂ ਕੋਲ ਯੂਜੂਅਲੀ 2 ਹਫ਼ਤੇ ਦੀ ਛੁੱਟੀ ਉਹ ਲੈ ਕੇ ਜਾਂਦੇ ਆ, ਔਰ 2 ਹਫ਼ਤੇ ਦੇ ਵਿੱਚ ਅਸੀਂ 2 ਦਿਨ 'ਚ ਸਾਰੇ ਟੈਸਟ ਕਰਕੇ ਸਰਜਰੀ ਕਰਕੇ 10 ਦਿਨ ਸਾਰੇ ਸਟਿਚਸ ਵਗੈਰਾ ਅਗਰ ਕੋਈ ਹੈ ਤਾਂ ਨਿਕਲ ਜਾਂਦੇ ਆ ਜੀ। ਕੁਝ ਟਾਈਮ ਕੁਝ ਪੇਸ਼ੈਂਟਸ ਅਸੀਂ ਸਟਿਚ ਵੀ ਨਹੀਂ ਲਗਾਉਂਦੇ, ਸਿਰਫ ਗਲੂ ਹੁੰਦੀ ਹੈ ਅੱਜਕੱਲ, ਸਕਿਨ ਗਲੂ, ਇਟ ਇਜ਼ ਅ ਸਰਜਰੀ ਵਿਦਆਊਟ ਅ ਸਟਿਚ, ਬਟ ਸਟਿਲ ਅਸੀਂ ਚਾਹੁੰਦੇ ਹਾਂ ਕਿ 1 ਹਫ਼ਤਾ ਜਾਂ 10 ਦਿਨ ਪੇਸ਼ੈਂਟ ਇੰਡੀਆ ਰਹੇ ਆਫਟਰ ਸਰਜਰੀ, ਉਸ ਤੋਂ ਬਾਅਦ ਸਾਨੂੰ ਦਿਖਾ ਕੇ ਬਾਹਰ ਜਾ ਸਕਦੇ ਹਾਂ। ਤੇ ਇਹਦਾ ਰਿਜ਼ਲਟ ਕੀ ਇਮੀਡੀਏਟ ਰਿਜ਼ਲਟ ਮਿਲਦਾ ਹੈ ਜਾਂ ਸਾਨੂੰ ਕੁਝ ਟਾਈਮ ਤੋਂ ਬਾਅਦ ਰਿਜ਼ਲਟ ਦਿਖਣਾ ਸ਼ੁਰੂ ਹੁੰਦਾ ਹੈ? ਜਿਹੜਾ ਮੋਟਾਪਾ ਹੈ, weight loss ਹੈ, ਉਹ ਇਮੀਡੀਏਟਲੀ ਬਹੁਤ ਥੋੜਾ ਹੋਏਗਾ ਕਿਉਂਕਿ ਅਸੀਂ ਚਰਬੀ ਕੱਢਦੇ ਨਹੀਂ, ਇਹ ਵਿਦ ਟਾਈਮ weight loss ਹੁੰਦਾ ਜਾਂਦਾ ਹੈ। ਪਹਿਲੇ 3 ਮੰਥਸ ਕਾਫੀ ਜ਼ਿਆਦਾ weight ਘਟੇਗਾ ਜੀ, ਫਿਰ weight ਘਟਣ ਦੀ ਸਪੀਡ ਘਟਦੀ ਜਾਏਗੀ ਡਿਪੈਂਡਿੰਗ ਅਪਨ ਕਿ ਕਿੰਨਾ weight lose ਕਰਨਾ ਹੈ। weight loss ਜਿਹੜਾ ਹੈ 6 ਮਹੀਨੇ ਤੋਂ ਲੈ ਕੇ 1.5 ਸਾਲ ਤੱਕ ਚੱਲ ਸਕਦਾ ਹੈ। ਅਗਰ ਜ਼ਿਆਦਾ weight ਹੈ ਤਾਂ 1.5 ਸਾਲ ਤੱਕ ਘਟਦਾ ਜਾਏਗਾ ਨਾਰਮਲ ਧਿਆਨ ਲਈ। ਅਗਰ ਥੋੜਾ ਹੀ weight lose ਕਰਨਾ ਹੈ, ਸਪੋਜ਼ 20 kg 30 kg, ਤਾਂ 6 ਮਹੀਨੇ 1 ਸਾਲ ਦੇ ਵਿੱਚ ਲੂਜ਼ ਹੋ ਜਾਂਦਾ ਹੈ। ਬਿਲਕੁਲ। ਪਰ ਜਿਹੜੀਆਂ ਬਾਕੀ ਚੀਜ਼ਾਂ ਜਿਸ ਤਰ੍ਹਾਂ ਸ਼ੂਗਰ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਇਹਦਾ ਰਿਜ਼ਲਟ ਇਮੀਡੀਏਟਲੀ ਆਉਣੇ ਸ਼ੁਰੂ ਹੋ ਜਾਂਦੇ ਹਨ। ਅਗਰ ਡਾਇਬਟੀਜ਼ ਜ਼ਿਆਦਾ ਨਹੀਂ ਹੈ ਤਾਂ ਈਵਨ ਅੱਜ ਸਰਜਰੀ ਹੋਈ ਤਾਂ ਕੱਲ ਮਾਰਨਿੰਗ ਤੋਂ ਪੇਸ਼ੈਂਟ ਨੂੰ ਡਾਇਬਟੀਜ਼ ਲਈ ਬੜੇ ਸਾਰੇ ਪੇਸ਼ੈਂਟ ਨੂੰ ਕੁਝ ਨਹੀਂ ਲੈਣਾ ਪੈਂਦਾ। ਓਕੇ। ਤੇ ਜਿਵੇਂ ਕਈ ਪੇਸ਼ੈਂਟਸ ਨੂੰ ਕੁਝ ਹੋਰ ਪ੍ਰੋਬਲਮਸ ਨੇ ਮੋਟਾਪੇ ਤੋਂ ਇਲਾਵਾ, ਨਾਲ ਦੀ ਨਾਲ ਕੁਝ ਹੋਰ ਪ੍ਰੋਬਲਮਸ ਜਿਵੇਂ ਮੋਟਾਪੇ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕੀ ਸਰਜਰੀ ਤੋਂ ਬਾਅਦ ਉਹਨਾਂ ਪ੍ਰੋਬਲਮਸ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ? ਹਾਂਜੀ, ਡੈਫੀਨਿਟਲੀ। ਮੋਟਾਪੇ ਦੀ ਸਰਜਰੀ ਸਿਰਫ ਇਸ ਲਈ ਨਹੀਂ ਹੈ ਕਿ ਅਸੀਂ ਬੈਟਰ ਦਿਖਣਾ ਹੈ ਜਾਂ ਅਸੀਂ ਸਲਿਮ ਦਿਖਣਾ ਹੈ, ਇਹ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਹੋਰ ਜਿਹੜੀਆਂ ਬਿਮਾਰੀਆਂ ਹੈ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ ਜੀ, ਕਿਉਂਕਿ ਇਹਦੇ ਨਾਲ ਬਹੁਤ ਸਾਰੇ ਪੇਸ਼ੈਂਟ ਨੂੰ ਸ਼ੂਗਰ ਹੋ ਜਾਂਦੀ ਹੈ, ਬੀਪੀ ਵੱਧ ਜਾਂਦਾ ਹੈ, ਕੋਲੈਸਟਰੋਲ, ਜੁਆਇੰਟ ਪੇਨਸ, ਖਰਾਟੇ ਆਣੇ, ਇਹ ਬਿਮਾਰੀਆਂ ਬਹੁਤ ਡੇਂਜਰਸ ਹੈ ਔਰ ਅਨਲੈਸ ਕਿ ਵਜਨ ਘਟੇਗਾ ਇਹ ਬਿਮਾਰੀਆਂ ਵੱਧਦੀਆਂ ਜਾਣਗੀਆਂ, ਇਹਨਾਂ ਦੀ ਅਦਰਵਾਈਜ਼ ਕੋਈ ਕਿਉਰ ਨਹੀਂ। ਔਰ ਇਹ ਬੈਰੀਐਟ੍ਰਿਕ ਸਰਜਰੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਇੱਕੋ ਸ਼ਾਟ 'ਚ ਸਿਰਫ ਮੋਟਾਪਾ ਹੀ ਨਹੀਂ ਘਟਾਉਂਦੀ, ਤੁਹਾਡੇ ਨਾਲ ਕਿੰਨੀਆਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਲਾ ਸਕਦੀ। ਓਕੇ। ਨਾਰਮਲੀ ਸਪੋਜ਼ ਕਿਸੇ ਨੇ ਕੋਈ ਹਰਨੀਆ ਆਪਰੇਸ਼ਨ ਕਰਾਇਆ ਤਾਂ ਸਿਰਫ ਹਰਨੀਆ ਹੀ ਠੀਕ ਹੋਏਗਾ, ਗਾਲ ਬਲੈਡਰ ਕਰਾਇਆ ਤਾਂ ਗਾਲ ਬਲੈਡਰ ਹੀ ਬਾਹਰ ਆਏਗਾ। ਬਟ ਇਹਦੇ 'ਚ ਸਰਜਰੀ ਦੇ ਨਾਲ ਕਿੰਨੀਆਂ ਸਾਰੀਆਂ ਐਸੋਸੀਏਟਡ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਜਿਹੜੀਆਂ ਅਦਰਵਾਈਜ਼ ਸੋਲਵ ਹੋ ਹੀ ਨਹੀਂ ਸਕਦੀਆਂ ਜੀ। ਸਰਜਰੀ ਦਾ ਸਕਸੈਸ ਰੇਸ਼ੋ ਕਿੰਨਾ ਆ ਕਿ ਜਿਵੇਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਸਰਜਰੀ ਕਰਵਾ ਕੇ ਜਾਂਦੇ ਨੇ ਤੇ ਕਿੰਨੀ ਸਕਸੈਸ ਰੇਸ਼ੋ ਉਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈ? ਪੇਸ਼ੈਂਟਸ ਅਗਰ ਪੇਸ਼ੈਂਟ ਅਸੀਂ ਪ੍ਰੋਪਰਲੀ ਪੇਸ਼ੈਂਟ ਨੇ ਇਵੈਲੂਏਸ਼ਨ ਕਰਾਇਆ ਹੈ ਔਰ ਜੋ ਅਸੀਂ ਐਡਵਾਈਸ ਦੇ ਰਹੇ ਹਾਂ ਉਹ ਪ੍ਰੋਪਰ ਫੋਲੋ ਕਰਦਾ ਤਾਂ ਬਹੁਤ ਅੱਛੀ ਸਕਸੈਸ ਰੇਟ ਹੈ। ਕੀ ਇਹ ਵੀ ਹੈਗਾ ਕਿ ਜਿਵੇਂ ਕਈ ਵਾਰੀ ਹੁੰਦਾ ਕਿ ਕੋਈ ਮੈਡੀਸਿਨਸ ਵਗੈਰਾ ਲੈ ਕੇ ਆਪਣਾ weight ਘਟਾਉਣਾ ਸ਼ੁਰੂ ਕਰਦੇ ਨੇ ਤੇ ਇੱਕ ਟਾਈਮ ਤੋਂ ਬਾਅਦ ਉਹਨਾਂ ਦਾ ਫਿਰ weight ਵਧਣਾ ਸ਼ੁਰੂ ਹੋ ਜਾਂਦਾ ਤੇ ਉਹਨਾਂ ਨੂੰ ਦੁਬਾਰਾ ਮੈਡੀਸਿਨਸ ਤੇ ਆਉਣਾ ਪੈਂਦਾ, ਕੀ ਇਹ ਸਰਜਰੀ ਕਰਵਾਉਣ ਤੋਂ ਬਾਅਦ ਦੁਬਾਰਾ ਸਰਜਰੀ ਦੀ ਜ਼ਰੂਰਤ ਹੈ? ਨਾਰਮਲੀ ਨਹੀਂ ਹੈ। ਪੇਸ਼ੈਂਟਸ ਅਗਰ ਸਾਡੀ ਐਡਵਾਈਸ ਫੋਲੋ ਕਰਦੇ ਰਹਿਣ then usually they don't, but problem ਇਹ ਹੈ ਕਿ ਅਗਰ ਪੇਸ਼ੈਂਟ ਫੋਲੋ ਹੀ ਨਾ ਕਰੇ ਸਾਡੀ ਐਡਵਾਈਸ, ਕੋਈ ਬਹੁਤ ਹੈਵੀ ਡਰਿੰਕ ਕਰ ਰਿਹਾ ਹੈ ਔਰ ਡਰਿੰਕ ਕਰੀ ਜਾਏ, ਜਿਹੜਾ ਅਲਕੋਹਲ ਹੈ ਬਹੁਤ ਰਿਚ ਸੋਰਸ ਆਫ ਕੈਲਰੀਜ਼ ਹੈ, ਉਹਦੇ ਨਾਲ ਜੋ ਅਸੀਂ ਅੰਦਰੋਂ ਚੇਂਜ ਕੀਤਾ ਉਹ ਸਿਸਟਮ ਨੂੰ ਬਾਈਪਾਸ ਕਰਨਾ ਸ਼ੁਰੂ ਕਰਦਾ। ਫਿਰ ਕੁਝ ਪੇਸ਼ੈਂਟਸ
ਕੁਝ ਅਮਾਉਂਟ ਆਫ weight ਵਾਪਸ ਆ ਸਕਦਾ ਹੈ। ਪਰ ਯੂਜੂਅਲੀ ਇਦਾਂ ਨਹੀਂ ਹੁੰਦਾ ਕਿ ਅਸੀਂ ਸਪੋਜ਼ 110 kg ਤੋਂ weight loss ਦੀ ਸਰਜਰੀ ਕੀਤੀ ਹੈ ਤਾਂ ਉਸ ਤੋਂ ਵੀ ਜ਼ਿਆਦਾ ਹੋ ਜਾਏਗਾ। ਸਪੋਜ਼ 110 ਤੋਂ 70 ਤੇ ਆ ਗਿਆ ਜਾਂ 60 ਤੇ ਆ ਗਿਆ ਤਾਂ ਮੇਬੀ 5 kg ਵੱਧ ਜਾਏਗਾ, 10 kg ਵੱਧ ਜਾਏਗਾ। ਤੇ ਜਿਵੇਂ ਲੇਡੀਜ਼ ਕਰਵਾਉਣਾ ਚਾਹੁੰਦੀਆਂ ਨੇ ਤੇ ਜਿਵੇਂ ਕੋਈ ਵਿਆਹ ਤੋਂ ਪਹਿਲਾਂ ਲੇਡੀ ਕਰਵਾਉਣਾ ਚਾਹੁੰਦੀ ਹੈ ਕਿ ਉਸ ਨੂੰ ਵਿਆਹ ਤੋਂ ਬਾਅਦ ਕੋਈ ਮੈਰਿਡ ਲਾਈਫ ਵਿੱਚ ਕੋਈ ਐਵੇਂ ਦੀ ਪ੍ਰੋਬਲਮ ਆ ਸਕਦੀ ਹੈ? ਪ੍ਰੋਬਲਮ ਨਹੀਂ ਆਏਗੀ। ਰਾਦਰ ਬੈਰੀਐਟ੍ਰਿਕ ਸਰਜਰੀ ਵਰਲਡ ਓਵਰ ਫੀਮੇਲਸ ਤੇ ਜ਼ਿਆਦਾ ਪਪੂਲਰ ਹੈ ਬਿਕॉज दे आर मोर शेप कॉन्शियस और मेल्स कट पॉपुलर है बट रेशो वेरीज कई बारी मेल्स 40% है, फीमेल 60% है, किते ਹੋਰ ਵੀ ਜ਼ਿਆਦਾ ਹੈ। ਕੋਈ ਪ੍ਰੋਬਲਮ ਨਹੀਂ ਆਉਂਦੀ ਬਾय ਐਂਡ ਲਾਰਜ। ਅਗਰ ਤੁਸੀਂ ਦੇਖੋ ਅਗਰ ਕਿਸੇ ਦਾ weight ਇੰਨਾ ਜ਼ਿਆਦਾ ਹੈ ਕਿ ਉਹ ਬੈਰੀਐਟ੍ਰਿਕ ਰੇਂਜ ਫਾਲ ਕਰਦਾ ਹੈ ਤਾਂ ਵਜਨ ਜ਼ਿਆਦਾ ਹੋਣ ਕਰਕੇ ਬੜੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਜੀ। ਬੜੀ ਸਾਰੀ ਫੀਮੇਲਸ ਨੂੰ ਇਨਫਰਟੀਲਿਟੀ ਹੋ ਜਾਂਦੀ ਹੈ। अगर वो कंसीव भी करते हैं तो बिकॉज ऑफ ओबेसिटी प्रेगनेंसी च बड़िया सारी प्रॉब्लम्स आती हैं, कॉम्प्लिकेशंस आ जाती है। सो अगर ये टाइमली सर्जरी करवा ली जाए ਤਾਂ ਉਹਨਾਂ ਲਈ ਬੈਟਰ ਹੀ ਹੈ ਜੀ। ਤੇ ਇਹਦੇ ਵਿੱਚ ਅਸੀਂ ਇਹ ਵੀ ਪੁੱਛਣਾ ਚਾਹਾਂਗੇ ਕਿ ਏਜ ਲਿਮਿਟ ਜਿਵੇਂ ਤੁਸੀਂ ਦੱਸਿਆ ਸੀਗਾ ਕਿ 18 ਤੋਂ ਲੈ ਕੇ 60 ਜਾਂ 60 ਅਬਵ ਤੱਕ ਕਰ ਸਕਦੇ ਆ, ਉਹਨਾਂ ਦਾ ਦੇਖਣਾ ਪੈਂਦਾ, ਪਿਛਲਾ ਰੈਕੋਰਡ ਦੇਖਣਾ ਪੈਂਦਾ ਆ। ਤੇ ਜਿਹੜੇ ਪੇਸ਼ੈਂਟਸ ਆਲਰੇਡੀ ਡਾਇਬੀਟੀਜ਼ ਵਗੈਰਾ ਦੇ ਮਰੀਜ਼ ਹੈਗੇ ਨੇ ਕਿ ਉਹਨਾਂ ਦੇ ਵਿੱਚ ਵੀ ਪ੍ਰੋਪਰ ਸਕਸੈਸ ਰੇਸ਼ੀਓ ਹੈਗਾ ਆ ਇਸ ਸਰਜਰੀ ਦਾ? ਡਾਇਬੀਟੀਜ਼ ਲਈ ਤਾਂ ਰਾਦਰ ਅਸੀਂ ਸੈਕਿੰਡ ਪਾਰਟ 'ਚ ਉਹਦੇ ਬਾਰੇ ਹੋਰ ਡਿਸਕਸ ਕਰਾਂਗੇ ਬਟ ਡਾਇਬੀਟੀਜ਼ ਲਈ ਤਾਂ ਇਹ ਸਰਜਰੀ ਹੁਣ ਹੋਰ ਵੀ ਜ਼ਿਆਦਾ ਰਿਕਮੈਂਡਡ ਹੈ। ਓਕੇ। ਇਵਨ ਲਾਸਟ ਈਅਰ 2016 'ਚ ਇੱਕ ਪੇਪਰ ਆਇਆ ਸੀ ਜਿਹਦੇ 'ਚ 45 ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਇੱਕ ਜੁਆਇੰਟ ਸਟੇਟਮੈਂਟ ਕੱਢੀ ਹੈ ਕਿ ਹੁਣ ਡਾਇਬੀਟੀਜ਼ ਦੀ ਟ੍ਰੀਟਮੈਂਟ ਦੇ ਵਿੱਚ ਮੈਟਾਬੋਲਿਕ ਸਰਜਰੀ ਨੂੰ ਇੱਕ ਪਾਰਟ ਬਣਾ ਲਿਆ ਗਿਆ ਜੀ। ਸੋ ਡੈਫੀਨਿਟਲੀ ਡਾਇਬੀਟੀਜ਼ ਲਈ ਹੋਰ ਵੀ ਜ਼ਿਆਦਾ ਅੱਛਾ। ਬਿਲਕੁਲ। ਤੇ ਜਿਹੜੇ ਸਰਜਰੀ ਕਰਵਾਉਂਦੇ ਆ ਉਹਨਾਂ ਨੂੰ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਲੇਜ਼ਰ ਟ੍ਰੀਟਮੈਂਟ ਹੋਏਗੀ, ਲੈਪਰੋਸਕੋਪਿਕ ਕੁਝ ਹੋਏਗਾ ਜਾਂ ਸਾਡੀ ਓਪਨ ਸਰਜਰੀ ਹੋਏਗੀ, ਇੱਕ ਡਰ ਬਣਿਆ ਰਹਿੰਦਾ ਹੈ। ਕਿੰਨੀ ਸੇਫ ਹੈ ਇਹ ਸਰਜਰੀ? ਸੇਫ ਹੈ। ਲੇਜ਼ਰ ਜਿਹੜੀ ਟਰਮ ਹੈ ਇਹ ਮਿਸਨੋਮਰ ਹੈ। ਲੇਜ਼ਰ ਮਤਲਬ ਕਿ ਜਿਸ ਤਰ੍ਹਾਂ ਇੱਕ ਬੀਮ ਆਫ ਲਾਈਟ ਹੈ ਉਹਦੇ ਨਾਲ ਨਹੀਂ ਹੁੰਦੀ। ਲੈਪਰੋਸਕੋਪੀ ਜਾਂ ਕੀ ਹੋਲ ਸਰਜਰੀ ਐਗਜ਼ੈਕਟ ਟਰਮ ਹੈ। ਓਕੇ। ਸੋ ਇਹ ਸਾਰੀਆਂ ਸਰਜਰੀਜ਼ ਕੀ ਹੋਲ ਨਾਲ ਹੀ ਹੁੰਦੀਆਂ, ਮੈਂ ਪਹਿਲਾਂ ਵੀ ਦੱਸਿਆ ਜੀ। ਮੋਟਾਪੇ 'ਚ ਇਹ ਪ੍ਰੋਬਲਮ ਹੈ ਕਿ ਅਗਰ ਪੇਸ਼ੈਂਟ ਦਾ ਪੇਟ ਜ਼ਿਆਦਾ ਹੈਵੀ ਹੈ ਔਰ ਅਸੀਂ ਉਹਨੂੰ ਓਪਨ ਕੱਟ ਕਰਦੇ ਹਾਂ ਤਾਂ ਜ਼ਖਮ ਦੇ ਖਰਾਬ ਹੋਣ ਦੇ ਚਾਂਸ, ਜ਼ਖਮ 'ਚ ਇਨਫੈਕਸ਼ਨ ਹੋਣ ਦੇ ਚਾਂਸ ਜਾਂ ਬਾਅਦ ਦੇ ਵਿੱਚ ਉਹਦੇ 'ਚ ਹਰਨੀਆਂ ਬਣਨ ਦੇ ਚਾਂਸ ਕਾਫੀ ਜ਼ਿਆਦਾ ਹੈ ਜੀ। ਔਰ ਅਗਰ ਅਸੀਂ ਕੀ ਹੋਲ ਨਾਲ ਕਰਦੇ ਹਾਂ ਤਾਂ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਸੋਲਵ ਹੋ ਜਾਂਦੀਆਂ ਜੀ। ਦੈਨ ਓਪਨ ਸਰਜਰੀ ਤੋਂ ਬਾਅਦ ਪੇਨ ਜ਼ਿਆਦਾ ਹੁੰਦੀ ਹੈ, ਚੱਲਣਾ ਫਿਰਨੇ 'ਚ ਮੋਬਿਲਿਟੀ 'ਚ ਪ੍ਰੋਬਲਮ ਆਉਂਦੀ ਹੈ। ਕੀ ਹੋਲ 'ਚ ਸੇਮ ਡੇ ਇਵਨਿੰਗ ਪੇਸ਼ੈਂਟ ਚੱਲਣਾ ਸ਼ੁਰੂ ਕਰ ਦਿੰਦਾ ਹੈ। ਓਕੇ। ਤੇ ਕਿੰਨਾ ਰੈਸਟ ਲੈਣਾ ਪੈਂਦਾ ਪੇਸ਼ੈਂਟਸ ਨੂੰ? ਉਸ ਤੋਂ ਬਾਅਦ ਕੀ ਪ੍ਰੀਕਾਸ਼ਨਸ ਰੱਖਣੀਆਂ ਪੈਂਦੀਆਂ ਨੇ ਜਦੋਂ ਇੱਕ ਵਾਰ ਉਹਨਾਂ ਦੀ ਸਰਜਰੀ? ਰੈਸਟ ਬਿਲਕੁਲ ਵੀ ਨੈਸੈਸਰੀ ਨਹੀਂ ਹੈ। ਸੇਮ ਡੇ ਇਵਨਿੰਗ ਪੇਸ਼ੈਂਟ ਵਾਕ ਕਰਦੇ ਹੈ, ਨੈਕਸਟ ਡੇ ਮਾਰਨਿੰਗ ਦੇ ਆਰ ਫ੍ਰੀ ਟੂ ਮੂਵ ਅਰਾਊਂਡ। ਅਸੀਂ ਇਹ ਨਹੀਂ ਚਾਹੁੰਦੇ ਕਿ ਬੈਡ ਰੈਸਟ ਕਰਨ, ਰਾਦਰ ਜ਼ਿਆਦਾਤਰ ਟਾਈਮ ਦੇ ਸ਼ੁੱਡ ਬੀ ਅਪ ਐਂਡ ਅਬਾਊਟ। ਬੈਡ ਰੈਸਟ ਦੀ ਲੋੜ ਨਹੀਂ। ਕੁਝ ਪ੍ਰੀਕਾਸ਼ਨਸ ਹੈ ਕਿ ਕੁਝ ਦਿਨ ਥੋੜਾ ਜਿਹਾ ਆਊਟਸਾਈਡਰਸ ਨਾਲ ਕੰਟੈਕਟ ਘੱਟ ਰੱਖੋ, ਕਿਸੇ ਕੋਲ ਕੋਈ ਇਨਫੈਕਸ਼ਨ ਨਾ ਹੋ ਜਾਏ। ਆਪਣੇ ਘਰ ਦੇ ਅਰਾਊਂਡ ਚੱਲਦੇ ਫਿਰਦੇ ਰਹੋ। ਆਫਟਰ ਅ ਵੀਕ ਯੂ ਕੈਨ ਗੋ ਆਊਟ, ਪਾਰਕ 'ਚ ਚੱਲਣਾ ਸ਼ੁਰੂ ਕਰ ਦੋ। ਠੀਕ ਹੈ। ਕੋਈ ਮੇਜਰ ਪ੍ਰੀਕਾਸ਼ਨ ਐਸੇ ਨਹੀਂ ਹੁੰਦੇ। ਤੇ ਜਿਹੜੇ ਪੇਸ਼ੈਂਟਸ ਨੇ ਸਰਜਰੀ ਕਰਵਾ ਲਈ ਹੈ ਤੇ ਉਹ ਵਾਪਸ ਆਪਣੀ ਦੁਬਾਰਾ ਪਹਿਲਾਂ ਵਾਲੀ ਸ਼ੇਪ 'ਚ ਆਉਣਾ ਚਾਹੁੰਦੇ ਆ, ਕੀ ਉਹਨਾਂ ਦੇ ਲਈ ਵੀ ਕੋਈ ਆਪਸ਼ਨ ਵਗੈਰਾ ਹੈ? ਰੀਸ਼ੇਪ ਦੁਬਾਰਾ ਆਪਣੀ ਵਾਪਸ ਸ਼ੇਪ ਦੇ ਵਿੱਚ ਆਉਣਾ ਚਾਹੁੰਦੇ ਆ, ਇੱਕ ਵਾਰੀ ਉਹਨਾਂ ਨੇ ਸਰਜਰੀ ਕਰਵਾ ਲਈ ਹੈ, ਉਹ ਚਾਹੁੰਦੇ ਨੇ ਕਿ ਨਹੀਂ ਵਾਪਸ ਅਸੀਂ ਆਪਣੀ ਸ਼ੇਪ ਨੂੰ ਦੁਬਾਰਾ ਵਾਪਸ ਪਾਉਣਾ ਚਾਹੁੰਦੇ ਹਾਂ? ਯੂਜੂਅਲੀ ਸ਼ੇਪ ਆਈ ਡੋਨਟ ਥਿੰਕ ਕਿ ਕੋਈ ਸ਼ੇਪ ਲਈ ਵਾਪਸ ਆਣਾ ਚਾਹੇਗਾ ਕਿ ਪਹਿਲਾਂ ਮੈਂ ਓਬੇਸ ਦਿਖਦਾ ਸੀਗਾ ਹੁਣ ਮੈਂ weight lose ਕਰ ਲਿਆ ਤਾਂ ਦੁਬਾਰਾ ਜਾਵਾਂ। ਪਰ ਯਸ ਕੁਝ ਪੇਸ਼ੈਂਟ ਸਾਨੂੰ ਪੁੱਛਦੇ ਆ ਕਿ ਕੀ ਸਰਜਰੀ ਰਿਵਰਸੇਬਲ ਹੈ? ਰਿਵਰਸੇਬਲ ਵੀ ਆ। ਸੋ ਉਹਦੇ ਚੋਂ ਜਿਹੜੀ ਸਲੀਵ ਗੈਸਟ੍ਰੈਕਟਮੀ ਹੈ ਉਹਦਾ ਸਾਈਜ਼ ਵਿਦ ਟਾਈਮ ਥੋੜਾ ਜਿਹਾ ਵੱਧਦਾ ਹੈ। ਪਹਿਲਾਂ ਅਸੀਂ ਬਹੁਤ ਟਾਈਟ ਬਣਾਉਂਦੇ ਹਾਂ ਤਾਂ ਕਿ ਕੈਲੋਰੀ ਇਨਟੇਕ ਬਹੁਤ ਥੋੜੀ ਹੋਏ, weight loss ਹੋ ਜਾਏ। ਓਕੇ। ਜਦੋਂ weight loss ਪ੍ਰੋਪਰ ਹੋ ਜਾਂਦਾ ਹੈ ਤਾਂ ਥੋੜਾ ਉਹਦਾ ਅਮਾਉਂਟ ਆਫ ਫੂਡ ਜਿਹੜੀ ਉਹ ਖਾ ਸਕਦੇ ਉਹ ਵੱਧ ਜਾਂਦੀ ਹੈ। ਸੋ ਇਟ ਇਜ਼ ਇਨ ਅ ਵੇ partially reversible by itself। Okay। ਉਹਦਾ ਸਟਮਕ ਦਾ ਸਾਈਜ਼ ਆਪਣੇ ਆਪ ਹੀ ਥੋੜਾ ਵੱਧ ਜਾਂਦਾ ਹੈ। ਜਿਹੜਾ ਮਿਨੀ ਗੈਸਟ੍ਰਿਕ ਬਾਈਪਾਸ ਹੈ ਉਹਦੇ 'ਚ ਡੈਫੀਨਿਟਲੀ ਰਿਵਰਸ ਕਰ ਸਕਦੇ ਇਫ ਨੀਡ ਅਰਾਈਜ਼ਸ। ਬਹੁਤ ਰੇਅਰ ਕੇਸਸ ਹੁੰਦਾ ਹੈ ਕਿਸੇ ਨੂੰ ਰਿਵਰਸਲ ਦੀ ਲੋੜ ਪਏ ਜੀ। ਬਟ ਅਗਰ ਨੀਡ ਅਰਾਈਜ਼ ਹੁੰਦੀ ਹੈ ਜਾਂ ਪੇਸ਼ੈਂਟ ਨੂੰ ਕੰਫਰਟੇਬਲ ਫੀਲ ਹੁੰਦਾ ਹੈ ਕਿ ਸਰਜਰੀ ਰਿਵਰਸ ਹੋ ਜਾਂਦੀ ਹੈ ਇਹ ਸੁਣਨ 'ਚ, ਦੈਨ ਯੈਸ ਇਟ ਕੈਨ ਬੀ ਰਿਵਰਸਡ। ਓਕੇ। ਤੇ ਜਿਹੜੇ ਪੇਸ਼ੈਂਟਸ ਨੇ ਜਿਵੇਂ ਕੋਈ weight 20 kg ਘੱਟ ਕਰਨਾ ਚਾਹੁੰਦਾ ਉਹਦਾ 20 kg ਘੱਟ ਹੋ ਗਿਆ, ਉਸ ਤੋਂ ਬਾਅਦ ਉਹ weight ਨਹੀਂ ਘੱਟ ਕਰਨਾ ਚਾਹੁੰਦਾ ਤੇ ਉਹਦੇ ਲਈ ਫਿਰ ਕੀ ਆਪਸ਼ਨਸ ਹੁੰਦੇ ਆ? ਇੱਕ ਵਾਰੀ ਸਰਜਰੀ ਕਰਵਾ ਲਈ ਤੇ ਉਹ ਇੱਕ ਲਿਮਿਟ ਦੇ ਵਿੱਚ weight ਘੱਟ ਕਰਨਾ ਚਾਹੁੰਦਾ। ਯੂਜੂਅਲੀ ਇਹ ਸਰਜਰੀ ਅਸੀਂ ਕੈਲਕੂਲੇਟਡ ਵੇ ਨਾਲ ਕਰਦੇ ਹਾਂ। ਓਕੇ। ਇਦਾਂ ਨਹੀਂ ਹੁੰਦਾ ਕਿ ਉਹ ਜਿੰਨਾ ਉਹਦਾ ਨਾਰਮਲ weight ਹੈ ਉਸ ਤੋਂ ਵੀ ਜ਼ਿਆਦਾ ਘਟੇਗਾ। ਬਾय ਐਂਡ ਲਾਰਜ ਜਿੰਨਾ ਉਹਦਾ ਨਾਰਮਲ weight ਹੈ ਉਹਦੇ ਤੇ ਆ ਕੇ ਰੁਕ ਜਾਂਦਾ ਜੀ, ਜ਼ਿਆਦਾ ਨਹੀਂ ਘਟਦਾ। ਤੇ ਘੱਟ ਤੋਂ ਘੱਟ ਕਿੰਨੇ weight ਰਿਡਿਊਸ ਹੋ ਸਕਦਾ ਹੈ ਤੇ ਵੱਧ ਤੋਂ ਵੱਧ ਕਿੰਨੇ ਤੱਕ ਪਹੁੰਚ ਸਕਦਾ ਹੈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜਾ weight loss ਹੋਣਾ ਹੈ, ਸਪੋਜ਼ ਕਿਸੇ ਦੀ ਹਾਈਟ ਹੈ 5'7" ਔਰ ਉਹਦਾ ਨਾਰਮਲ weight ਹੈ ਸੇ ਅਰਾਊਂਡ 75 ਜੀ। ਠੀਕ ਹੈ। ਹੁਣ ਇਦਾਂ ਦੇ 5 ਪੇਸ਼ੈਂਟ ਹੈ, ਕਿਸੇ ਦਾ weight ਹੋ ਗਿਆ 100, ਕਿਸੇ ਦਾ 110, ਕਿਸੇ ਦਾ 140, ਕਿਸੇ ਦਾ 150।
ਸੋ ਅਸੀਂ ਸਰਜਰੀ ਉਹਨਾਂ ਦੇ weight ਦੇ ਹਿਸਾਬ ਨਾਲ ਕਰਾਂਗੇ। ਸਲੀਵ ਸਾਰੇ ਸੇਮ ਹੀ ਹੁੰਦੀ ਹੈ, ਬਾਈਪਾਸ ਦੀ ਲੈਂਥ ਥੋੜੀ ਜਿਹੀ ਵੇਰੀ ਕਰਦਾ ਹੈ। ਓਕੇ। ਔਰ ਉਹਨਾਂ ਦਾ ਐਂਡ ਰਿਜ਼ਲਟ ਦਾ ਟਾਰਗੇਟ ਹੈ ਕਿ ਸਾਰੇ ਆਪਣੇ ਨਾਰਮਲ weight ਤੇ 75 ਦੇ ਅਰਾਊਂਡ ਆ ਜਾਣ, ਇਰਰਿਸਪੈਕਟਿਵ ਕਿ ਉਹਨਾਂ ਦਾ weight 100 ਹੈ ਜਾਂ 120 ਹੈ ਜਾਂ 150। ਸਾਡਾ ਟਾਰਗੇਟ ਹੈ ਕਿ ਉਹ ਨਾਰਮਲ weight ਤੇ ਆ ਜਾਣ। ਸੋ ਅਗਰ ਕੋਈ 100 ਦਾ ਹੈ ਤਾਂ 25 kg ਲੂਜ਼ ਕਰੇਗਾ, ਅਗਰ ਉਹ 150 ਦਾ ਹੈ ਤਾਂ ਉਹ 75 kg ਲੂਜ਼ ਕਰਕੇ 75 ਤੇ ਆਏਗਾ। ਸੋ ਉਸ ਤਰੀਕੇ ਨਾਲ ਜੀ ਬਿਲਕੁਲ। ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਕਹਿ ਦਈਏ ਕਿ ਤੁਸੀਂ ਵੀ ਸਾਡੇ ਲਾਈਵ ਚਰਚਾ ਪ੍ਰੋਗਰਾਮ ਨਾਲ ਜੁੜ ਸਕਦੇ ਹੋ। ਸਾਡੇ ਨੰਬਰ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ।